ਦਾਤੇ ਮੇਰਾ ਗੁਣ ਅਵਗਾਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹ। ਹਮੇ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ। ਅਬ ਨਾਨਕ ਸਰਨਾਗਤ ਆਏ, ਹਰ ਰਾਖੋ ਲਾਜ ਹਰ ਪਾਇਆ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ। ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਕੀ ਤੈਂ ਆਸ ਪੁਜਾਈ। ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ, ਚਰਨ ਧੂਰ ਮਨ ਭਾਈ। ਜਾ ਕੈ ਹਿਰਦੈ ਵਸਿਆ ਤੂੰ ਕਰਤੇ, ਤਾਕੀ ਤੈਂ ਆਸ ਪੁਜਾਈ। ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ, ਚਰਨ ਧੂਰ ਮਨ ਭਾਈ। ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖ ਦਾਤੇ ਸੁਆਮੀ। ਸਭ ਤੇ ਊਚ ਬੜਾਈ ਰਹਾਉ, ਸੋ ਸੋ ਕਰਮ ਕਰਤ ਹੈ ਪ੍ਰਾਣੀ। ਜੈਸੀ ਤੁਮ ਲਿਖ ਪਾਈ, ਸੇਵਕ ਕਉ ਤੁਮ ਸੇਵਾ ਦੀਨੀ। ਦਰਸ਼ਨ ਦੇਖ ਅਗਾਈ, ਸਰਬ ਨਿਰੰਤਰ ਤੁਮਹਿ ਸਮਾਨੇ। ਜਾ ਕੋ ਤੁਧ ਆਪ ਬੁਝਾਈ, ਗੁਰ ਪ੍ਰਸਾਦ ਮਿਟਿਓ ਅਗਿਆਨਾ।
ਪ੍ਰਗਟ ਭਏ ਸਭ ਠਾਈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭਏ ਦਇਆਲਾ, ਤਾਕ ਮਨ ਤੇ ਬਿਸਰ ਨਾ ਜਾਈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭਏ ਦਇਆਲਾ, ਤਾਕ ਮਨ ਤੇ ਬਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਹ ਬਾਣੀ ਇੱਕ ਅਮੋਲਕ ਖਜ਼ਾਨਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਜ ਪ੍ਰਸਾਦ ਪਾਵੇ। ਜੈਸੇ ਪਰਬਤ ਮਦ ਹੀਰੇ ਮਾਨਕ ਪਾਰ ਸਿੱਧ, ਖਾਨ ਵਾਰਾ ਖਾਨ ਜਗ ਵਿਖੈ ਪ੍ਰਗਟਾਵੇ। ਜੈਸੇ ਬਣ ਵਿਖੇ ਮਲਿਆਗਰ ਸੋਂਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬੈ ਸਾਵੇ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਗੁਰ ਸਾਗਰ ਰਤਨੀ ਭਰਪੂਰ, ਇਹ ਰਤਨਾ ਦਾ ਸਾਗਰ ਹੈ। ਜਿਵੇਂ ਜਿਵੇਂ ਕੋਈ ਗੁਰਸਿੱਖ ਮਾਈ ਭਾਈ ਇਸ ਸਾਗਰ ਦੇ ਵਿੱਚ ਟੁਬਕੀ ਮਾਰਦਾ ਹੈ, ਚੁੱਭਾ ਮਾਰਦਾ ਹੈ, ਉਵੇਂ ਉਵੇਂ ਉਸ ਨੂੰ ਬੜੇ ਕੀਮਤੀ ਪਦਾਰਥ ਲੱਭਦੇ ਹਨ। ਗੱਲ ਕੀ ਮਹਾਂਪੁਰਖ ਅਕਸਰ ਦੱਸਦੇ ਸਨ, ਜਿੰਨੇ ਦੁਨੀਆ ਦੇ ਸਵਾਲ ਨੇ, ਜਿੰਨੀਆਂ ਦੁਨੀਆ ਦੀਆਂ ਸਮੱਸਿਆਵਾਂ ਨੇ, ਜਿੰਨੇ ਦੁਨੀਆ ਦੇ ਮਸਲੇ ਨੇ, ਉਹਨਾਂ ਸਾਰਿਆਂ ਦਾ ਹੱਲ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ। ਗੱਲ ਤੇ ਵਿਚਾਰਨ ਦੀ ਹੈ, ਚੁੱਭੀ ਮਾਰਨ ਦੀ ਹੈ। ਜਿਵੇਂ ਜਿਵੇਂ ਕੋਈ ਚੁੱਭੀ ਮਾਰਦਾ ਹੈ, ਉਵੇਂ ਉਵੇਂ ਉਸ ਨੂੰ ਉਹ ਕੀਮਤੀ ਰਤਨ ਪ੍ਰਾਪਤ ਹੋ ਜਾਂਦੇ ਹਨ। ਆਪ ਸੰਗਤਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣਿਆ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਸੁਣਿਆ, ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਹਾਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸਿਫਤੋ ਸਾਲਾ ਉਚਾਰਨ ਕਰਦੇ ਹਨ। ਕੀ ਆਖਦੇ ਹਨ?
तेरी अकथ कथा कथन न जाए। गुण निधान सुख दाते स्वामी, सब ते ऊच बढ़ाई रहाओ। हजूर उस अकाल पुरख वाहिगुरु नूं गुण निधान, गुणां दा खजाना, गुणां दा भंडार, गुणां दा सागर उसनूं आखदे ने, ते नाल ही सुख दाते, सुखां दा दाता आखदे ने, ते स्वामी कोट ब्रह्मंड को ठाकुर स्वामी, उसनूं करोड़ां ब्रह्मंडां खंडां दा स्वामी सतगुरु आख रहे ने, ते नाल ही ये आखदे ने सब ते ऊच बढ़ाई। हे वाहिगुरु जी, ठीक है दुनिया दे विच बड़े पीर पैगंबर अवतार औलीए होए ने, पर तुहाडी वडियाई सब तो उची है। वड्डे कीआं वडियाइयां किश कहना कहण न जाए, सो करता कादर करीम दे जियां रिजक संभाए। उस परमात्मा की वडियाई इतनी वड्डी है, कलगीधर पातशाह एक दोहरे विच लिखते हैं, काल पुरख की देह मोह कोटक बिशन महेश, कोट इंद्र ब्रह्मा किते राव सस करोड़ जलेस। हुण तुसीं अंदाजा लाओ वो परमात्मा कितना वड्डा होवेगा, जिस दी देह दे विच ब्रह्मा विष्णु शिव जी सूरज चंद्रमा कुंबेर वरुण आदि देवते करोड़ा ही ने, अनगिणत ने। इतना वड्डा वो परमात्मा है। हुण ओहदी वडियाई कोई की कर सकता है? हजूर कहते ने, जिहवा एक कवन गुण कहिए, बेशुमार बेअंत सुआमी, तेरो अंत ना किन ही लही है। कलगीधर पातशाह का एक बड़ा सुंदर बचन आउंदा है, शीश नाग सिर सहस बनाई, द्वै सांसर रसनाहा सुहाई, राटत अब लगे नाम अपारा, तुमरो तो ना पावत पारा। शेष नाग जिसका 1000 मूँह है, 2000 उसदियां जुबानां हैं, 2000 जुबानां तो नित नवें तो नवें अकाल पुरख वाहिगुरु दे सफाती नाम उचारण करते हैं। हुण जिस दियां 2000 जुबानां ने, 1000 मूँह हैं, वो शीशनाग तेरी सिफसला करदा कदी थकदा नहीं, वो भी तेरी महिमा बयान नहीं कर सकता। ते मनुख दी तां जुबान ही एक है, एक किवें तेरी महिमा उचारण कर सकता है? नहीं कर सकता। इसलिए तो हजूर आखदे ने, तेरी अकथ कथा कथन न जाए। हे वाहिगुरु जी, तेरी कथा ते अकथ है, कथन न जाई, बयान नहीं की जा सकती। महापुरख एक उदाहरण देंदे सन। एक लूण दी पुतली सी, ਉਹਦੇ मन में ख्याल आया कि मैं समुंदर का थाह पाउणा है। और लूण दी पुतली समुंदर विच प्रवेश हो गई। जदों समुंदर के पानी विच गई तो पानी दे विच ही रल गई। लूण पानी विच खर जाता है। गई तो समुंदर का थाह पाउण वास्ते सी, पर वो अपने आप नूं ही उसने विच खत्म कर लिया। हुण दसो उहदे बारे की कोई बयान किया जा सकता है? तेरी अकथ कथा कथन न जाए। विद्वान का बचन है, चली पूतरी लाउण की था सिंध की लैन, अनाथ आपे आप पई पलट कह को मैं। वो लूण दी पुतली समुंदर का था पाउण गई सी,
ਪਰ ਮੁੜ ਕੇ ਵਾਪਸ ਨਹੀਂ ਆ ਸਕੀ। ਸਮੁੰਦਰ ਦੇ ਵਿੱਚ ਰਲ ਕੇ ਸਮੁੰਦਰ ਦਾ ਰੂਪ ਹੀ ਹੋ ਗਈ। ਹੁਣ ਦੱਸੋ ਉਹਦੇ ਬਾਰੇ ਕੋਈ ਕੁਝ ਬਿਆਨ ਕੀਤਾ ਜਾ ਸਕਦਾ? ਇਉਂ ਪ੍ਰਮਾਤਮਾ ਦੀ ਕਥਾ ਵੀ ਅਕਥ ਹੈ। ਆਦਮੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਭਗਤ ਦੇ ਮਨ ਵਿੱਚ ਚਾਅ ਹੁੰਦਾ ਹੈ। ਜਪਜੀ ਸਾਹਿਬ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ, ਇੱਕ ਦੂ ਜੀਵਾਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼, ਏਤ ਰਾਹੇ ਪਦ ਪਵੜੀਆਂ ਚੜ੍ਹਿਆ ਹੋਏ ਆਕੀਸ। ਇੱਕ ਤੋਂ ਲੱਖ, ਲੱਖ ਤੋਂ 20 ਲੱਖ ਜ਼ਬਾਨਾਂ ਹੋ ਜਾਣ। ਇਹ ਭਗਤ ਜਨਾਂ ਦੇ ਮਨ ਵਿੱਚ ਚਾਅ ਹੁੰਦਾ ਵੀ ਵੱਧ ਤੋਂ ਵੱਧ ਪਰਮਾਤਮਾ ਦੀ ਸਿਫਤ ਸਲਾਹ ਕਰੀਏ, ਪਰ ਫੇਰ ਵੀ ਨਹੀਂ ਹੋ ਸਕਦੀ। ਅਖੀਰ ਤੇ ਜਾ ਕੇ ਇਹੀ ਕਹਿਣਾ ਪੈਂਦਾ ਹੈ, ਹੇ ਵਾਹਿਗੁਰੂ ਤੇਰੀ ਅਕਥ ਕਥਾ ਹੈ। ਕਬੀਰ ਭਗਤ ਜੀ ਨੇ ਭਾਵੇਂ ਪਰਮਾਤਮਾ ਦੀ ਬੜੀ ਸਿਫਤ ਕੀਤੀ, ਤੇ ਜਦੋਂ ਪ੍ਰੇਮੀਆਂ ਨੇ ਇਹ ਪੁੱਛਿਆ, ਮਹਾਰਾਜ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਦੱਸੋ, ਕੋਈ ਜਵਾਬ ਨਹੀਂ ਦਿੱਤਾ। ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਦੱਸਦੇ ਕਿਉਂ ਨਹੀਂ? ਫਿਰ ਵੀ ਨਾ ਬੋਲੇ। ਤੀਜੀ ਵਾਰ ਫਿਰ ਬੇਨਤੀ ਕੀਤੀ। ਕਬੀਰ ਭਗਤ ਜੀ ਨੇ ਇੱਕੋ ਹੀ ਗੱਲ ਆਖੀ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਆਦਮੀ ਨੂੰ ਗੁੜ ਖਵਾ ਦਿਓ, ਮਠਿਆਈ ਖਵਾ ਦਿਓ, ਫਿਰ ਉਹਨੂੰ ਪੁੱਛੋ ਭਾਈ ਕਿੰਨੀ ਕੁ ਸਵਾਦ ਲੱਗੀ ਹੈ। ਉਹ ਕੀ ਦੱਸੇਗਾ ਜਿਹੜਾ ਹੈ ਹੀ ਗੂੰਗਾ, ਬੋਲ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਮਨੁੱਖ ਦੀ ਸੁਰਤ ਪਰਮਾਤਮਾ ਤੱਕ ਪਹੁੰਚਦੀ ਹੈ, ਉੱਥੇ ਉਹਦੀ ਬੁੱਧੀ ਵੀ, ਅਕਲ ਵੀ, ਬਾਣੀ ਵੀ, ਉਹਦਾ ਹੁਨਰ ਵੀ ਜਵਾਬ ਦੇ ਜਾਂਦੇ ਨੇ। ਤੇ ਫਿਰ ਉੱਥੇ ਜਾ ਕੇ ਖਾਮੋਸ਼ ਹੀ ਹੋਣਾ ਪੈਂਦਾ। ਇਸ ਤੋਂ ਸਿਵਾਏ ਹੋਰ ਕੋਈ ਦੂਸਰਾ ਸਵਾਲ ਹੀ ਨਹੀਂ ਉੱਠ ਸਕਦਾ। ਹੁਣ ਇੱਕ ਨਦੀ ਸਾਗਰ ਵਿੱਚ ਰਲ ਗਈ, ਕੋਈ ਉਸ ਨਦੀ ਨੂੰ ਜਾ ਕੇ ਪੁੱਛੇ ਵੀ ਸਾਗਰ ਕਿਤਨਾ ਕੁ ਗਹਿਰਾ ਹੈ, ਕਿ ਨਦੀ ਉਹਦੇ ਬਾਰੇ ਦੱਸ ਸਕਦੀ ਹੈ? ਜਪਜੀ ਸਾਹਿਬ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬੋਲ ਹਨ, ਸਾ ਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣ। ਜਦੋਂ ਨਦੀਆਂ ਤੇ ਨਾਲੇ ਇੱਕ ਵਾਰੀ ਸਮੁੰਦਰ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਦੇ ਬਾਰੇ ਕੋਈ ਕੁਝ ਵੀ ਨਹੀਂ ਜਾਣ ਸਕਦਾ। ਜੇ ਜਾਣ ਨਹੀਂ ਸਕਦਾ ਤੇ ਫਿਰ ਬਿਆਨ ਕੀ ਕਰਨਾ? ਕੁਛ ਵੀ ਨਹੀਂ ਆਖਿਆ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਤੇਰੀ ਅਕਥ ਕਥਾ। ਹੇ ਵਾਹਿਗੁਰੂ ਜੀ, ਤੁਹਾਡੀ ਕਥਾ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ। ਕਥਨ ਨਾ ਜਾਈ, ਬਿਆਨ ਕੀਤੀ ਹੀ ਨਹੀਂ ਜਾ ਸਕਦੀ। ਤੁਸੀਂ ਗੁਣ ਨਿਧਾਨ ਹੋ, ਸੁੱਖਾਂ ਦੇ ਦਾਤੇ ਹੋ, ਸੁਆਮੀ ਹੋ, ਤੁਹਾਡੀ ਵਡਿਆਈ ਸਭ ਤੋਂ ਉੱਚੀ ਹੈ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਪੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸੋ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਕਿੰਨੀ ਪਰਮਾਤਮਾ ਦੀ ਸਿਫਤ ਸਲਾਹ ਹੈ, ਸਭ ਤੇ ਉੱਚ ਵਡਾਈ ਬਿਆਨ ਨਹੀਂ ਕੀਤੀ ਜਾ ਸਕਦੀ। ਲਓ ਹੁਣ ਆਰੰਭ ਤੋਂ ਗਰੀਬਨ ਵਾਜ ਸਤਿਗੁਰੂ ਜੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ। ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਤਾਕੀ ਤੈਂ ਆਸ ਪੁਜਾਈ। ਸੋਠ ਰਾਗ ਵਿੱਚ ਪੰਜਵੇਂ ਗੁਰਦੇਵ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੈ। ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਇਹ ਕਰਤਾ ਪੁਰਖ, ਇਹ ਪਰਮ ਪਿਤਾ ਪ੍ਰਮਾਤਮਾ
ਜਿਸ ਦੇ ਹਿਰਦੇ ਵਿੱਚ ਤੂੰ ਆ ਕੇ ਵਸ ਗਿਆ ਹੈ, ਤਾਂ ਕਿ ਤੈਂ ਆਸ ਪੁਜਾਈ। ਫਿਰ ਉਸ ਦੀ ਤੂੰ ਹਰ ਆਸ ਇੱਛਾ ਪੂਰੀ ਕਰ ਦਿੱਤੀ। ਜਦੋਂ ਕੋਈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਸਿਮਰਨ ਦੇ ਵਿੱਚ ਬੜੀ ਬਰਕਤ ਹੈ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਨੀਜੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਇਹ ਸਿਮਰਨ ਦਾ ਫਲ ਹੈ। ਹੇ ਵਾਹਿਗੁਰੂ ਜੀ, ਜਿਸ ਦੇ ਹਿਰਦੇ ਵਿੱਚ ਤੂੰ ਵਸ ਗਿਆ ਹੈ, ਫਿਰ ਉਸ ਦੀ ਹਰ ਇੱਛਾ ਤੁਸਾਂ ਪੂਰੀ ਕਰ ਦਿੱਤੀ। ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ, ਚਰਨ ਧੂਰ ਮਨ ਭਾਈ। ਹੇ ਵਾਹਿਗੁਰੂ ਜੀ, ਜਿਸ ਸੇਵਕ ਤੇ ਤੂੰ ਪ੍ਰਸੰਨ ਹੋ ਜਾਂਦਾ ਹੈ, ਫਿਰ ਤੂੰ ਉਹਨੂੰ ਕਦੀ ਵੀ ਵਿਸਰਦਾ ਨਹੀਂ, ਕਦੀ ਉਸ ਨੂੰ ਭੁੱਲਦਾ ਨਹੀਂ। ਹਰ ਵੇਲੇ ਉਹ ਤੇਰਾ ਸਿਮਰਨ ਕਰਦਾ ਰਹਿੰਦਾ। ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰ ਹੈ ਚਿੰਤ। ਚਰਨ ਤੂਰ ਮਨ ਪਾਈ। ਹੀ ਵਾਹਿਗੁਰੂ ਜੀ, ਜਿਹੜੇ ਇਹੋ ਜਿਹੇ ਤੇਰੇ ਸੇਵਕ ਨੇ, ਜਿਨ੍ਹਾਂ ਨੂੰ ਤੂੰ ਕਦੀ ਵੀ ਭੁੱਲਦਾ ਨਹੀਂ, ਉਹਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਨੂੰ ਬੜੀ ਪਿਆਰੀ ਲੱਗਦੀ ਹੈ। ਮੈਂ ਹੋਰ ਕੁਝ ਨਹੀਂ ਚਾਹੁੰਦਾ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ। ਬਸ ਉਹਨਾਂ ਦੇ ਚਰਨਾਂ ਦੀ ਧੂੜ ਸ਼ਰਧਾ ਨਿਮਰਤਾ ਦੇ ਨਾਲ ਸੇਵਾ ਕਰਾਂ। ਬਸ ਇਹ ਧੂੜ ਮੈਨੂੰ ਬਖਸ਼ਿਸ਼ ਕਰ ਦੇ। ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖ ਦਾਤੇ ਸੁਆਮੀ, ਸਭ ਤੇ ਊਚ ਬੜਾਈ ਰਹਾਉ। ਹੇ ਵਾਹਿਗੁਰੂ ਜੀ, ਤੇਰੀ ਕਥਾ ਅਕਥ ਹੈ, ਬਿਆਨ ਕੀਤੀ ਹੀ ਨਹੀਂ ਜਾ ਸਕਦੀ। ਤੁਸੀਂ ਗੁਣਾਂ ਦੇ ਭੰਡਾਰ ਹੋ, ਸੁੱਖਾਂ ਦੇ ਦਾਤਾਰ ਹੋ, ਕਰੋੜਾਂ ਬ੍ਰਹਮੰਡਾਂ ਖੰਡਾਂ ਦੇ ਮਾਲਕ ਹੋ। ਸਭ ਤੋਂ ਉੱਚੀ ਤੁਹਾਡੀ ਵਡਿਆਈ ਹੈ, ਕੋਈ ਬਿਆਨ ਕਰ ਨਹੀਂ ਸਕਦਾ। ਵਿਸਰਾਮ ਦੇ ਕੇ ਗਰੀਬਨ ਵਾਜ ਸਤਿਗੁਰੂ ਜੀ ਅੱਗੇ ਫਿਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਜਿਤਨੇ ਲੋਕ ਨੇ ਸਭ ਚੰਗੇ ਮਾੜੇ ਕਰਮ ਕਰ ਰਹੇ ਨੇ। ਕੀ ਇਹ ਆਪਦੀ ਮਰਜ਼ੀ ਨਾਲ ਕਰ ਰਹੇ ਨੇ? ਹਜ਼ੂਰ ਕਹਿੰਦੇ ਨਹੀਂ। ਸੋ ਸੋ ਕਰਮ ਕਰਤ ਹੈ ਪ੍ਰਾਣੀ। ਇਹ ਪ੍ਰਾਣਾਧਾਰੀ ਜੀਵ ਉਹੀ ਕਰਮ ਕਰਦੇ ਹਨ, ਜੈਸੀ ਤੁਮ ਲਿਖ ਪਾਈ। ਜਿਹੋ ਜੀ ਸੰਸਕਾਰਾਂ ਦੀ ਲਿਖਤ ਉਹਨਾਂ ਦੇ ਮਸਤਕ ਤੇ ਤੁਸਾਂ ਪਾਈ ਦਾ ਅਰਥ ਹੈ ਪਾ ਦਿੱਤੀ, ਲਿਖ ਦਿੱਤੀ ਹੈ। ਜਿਹੋ ਜੇ ਭਾਵ ਕਿਸੇ ਦੇ ਲਿਖ ਦਿੱਤੇ ਨੇ, ਜਿਸ ਦੀ ਕਿਸਮਤ ਜਿਹੋ ਜੀ ਲਿਖ ਦਿੱਤੀ ਹੈ, ਤੇ ਫਿਰ ਆਦਮੀ ਉਹੋ ਜਿਹੇ ਕਰਮ ਕਰੀ ਜਾ ਰਹੇ ਹਨ। ਸੇਵਕ ਗੌਤਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ। ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਸੇਵਕ ਬਣ ਗਏ ਨੇ, ਉਹਨਾਂ ਸੇਵਕਾਂ ਨੂੰ ਤੁਸਾਂ ਆਪਣੀ ਸੇਵਾ ਟਹਿਲ ਭਗਤੀ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਫਿਰ ਉਹਨਾਂ ਨੂੰ ਭਗਤੀ ਕਰਦਿਆਂ ਦਰਸ਼ਨ ਦੇਖ ਤੁਹਾਡੇ ਦਰਸ਼ਨ ਦੀਦਾਰ ਹੋ ਗਏ ਅਗਾਈ। ਫਿਰ ਉਹਨਾਂ ਦੀ ਰੂਹ ਆਤਮਾ ਹਮੇਸ਼ਾ ਲਈ ਤ੍ਰਿਪਤ ਹੋ ਗਈ। ਸਰਬ ਨਿਰੰਤਰ ਤੁਮਹਿ ਸਮਾਨੇ, ਜਾ ਕੋ ਤੁਧ ਆਪ ਬੁਝਾਈ। ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਪ੍ਰਤੀ ਜੀਵ ਨੇ, ਸਭ ਦੇ ਅੰਦਰ ਨਿਰੰਤਰ ਦਾ ਅਰਥ ਹੈ ਬਿਨਾਂ ਭੇਦ ਭਾਵ ਤੋਂ ਇੱਕ ਰਸ। ਤੁਸੀਂ ਸਾਰਿਆਂ ਵਿੱਚ ਹੀ ਸਮਾ ਰਹੇ ਹੋ। ਜਾ ਕੋ ਤੁਧ ਆਪ ਬੁਝਾਈ। ਪਰ ਇਸ ਗੱਲ ਦਾ ਪਤਾ ਉਸ ਨੂੰ ਲੱਗਦਾ ਹੈ ਜਿਸ ਨੂੰ ਤੁਸਾਂ ਆਪ ਹੀ ਬੁਝਾਈ। ਇਸ ਗੱਲ ਦੀ ਸੋਝੀ ਬਖਸ਼ਿਸ਼ ਕਰ ਦਿੱਤੀ। ਜਿਨ੍ਹਾਂ ਨੂੰ ਸਰਬਗਤਾ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ, ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਸਰਬ ਨਿਰੰਤਰ ਤੁਮਹਿ ਸਮਾਨੇ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ।
ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ। ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ। ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ। ਹੇ ਵਾਹਿਗੁਰੂ ਜੀ, ਗੁਰੂ ਦੀ ਕਿਰਪਾ ਦੁਆਰਾ ਅਗਿਆਨ ਦਾ ਹਨੇਰਾ ਮਿਟ ਗਿਆ। ਤੇ ਹੁਣ ਕੀ ਹੋਇਆ? ਪ੍ਰਗਟ ਭਏ ਸਭ ਠਾਈ। ਹੁਣ ਸਭ ਥਾਵਾਂ ਤੇ ਆਪ ਜੀ ਪ੍ਰਗਟ ਹੋ ਗਏ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰਿ। जमीन जमान के बिकै समस्त एक जोत है, न घाट है न बाढ़ है न घाट बाढ़ होते। सब थावां ते दोए दोए लोचन पेखा हूँ, हर बिन और न देखा। थोड़े दर्शन होने लग पे। सोई ज्ञानी सोई ध्यानी सोई पुरख सुभाई। हे वाहिगुरु जी, असली ज्ञानी ज्ञानवान पुरुष ते ध्यानी ध्यान जोड़न वाला। कहते फलाना ते बड़ी समाधि ला के बैठते, ध्यान लाउण वाला ਉਹੀ है। सोई पुरख सुभाई, ते ਉਹੀ ਸੁਭਾਈ ਦਾ अर्थ ਚੰਗੇ ਸੁਭਾਅ ਵਾਲਾ, ਗੁਰਮੁਖ ਸੁਭਾਅ ਵਾਲਾ। ਉਹ ਗੁਰਮੁਖ ਮਹਾਂਪੁਰਖ ਹੈ। ਸੁਭਾਈ ਦਾ ਦੂਜਾ ਅਰਥ ਮਹਾਂਪੁਰਖ ਇਹ ਵੀ ਕਰਦੇ ਹਨ। ਸੋਈ ਪੁਰਖ ਸੁਭਾਈ, ਸੁਭਾਈ ਦਾ ਅਰਥ ਹੈ ਸੁਭਾਏਮਾਨ, ਸੁਭਾ ਵਾਲਾ। ਉਹੀ ਸਭ ਤੋਂ ਵੱਧ ਸੁਭਾਏਮਾਨ ਸੁਭਾ ਵਾਲਾ ਕਾਬਲੇ ਤਾਰੀਫ ਮਹਾਂਪੁਰਖ ਹੈ। ਕੌਣ? ਕਹੋ ਨਾਨਕ ਜਿਸ ਭਏ ਦਇਆਲਾ, ਤਾਕੋ ਮਨ ਤੇ ਬਿਸਰ ਨਾ ਜਾਏ। ਜਿਸ ਉਤੇ ਆਪ ਜੀ ਮਿਹਰਬਾਨ ਹੋਏ, ਭਏ ਦਇਆਲਾ, ਜਿਨ੍ਹਾਂ ਉੱਤੇ ਤੁਸੀਂ ਪ੍ਰਸੰਨ ਹੋਏ ਹੋ, ਤੇ ਫਿਰ ਉਹਨਾਂ ਨੂੰ ਕਿਹੜੀ ਦਾਤ ਬਖਸ਼ਿਸ਼ ਕਰਦੇ ਹੋ? ਸਿਮਰਨ ਦੀ। ਤਾਕੋ ਮਨ ਤੇ ਬਿਸਰ ਨਾ ਜਾਏ, ਫਿਰ ਉਹਦੇ ਮਨ ਤੋਂ ਤੁਸੀਂ ਕਦੀ ਵੀ ਭੁੱਲਦੇ ਨਹੀਂ, ਤੇ ਹਰ ਵੇਲੇ ਉਹ ਤੁਹਾਡੇ ਸਿਮਰਨ ਨਾਲ ਜੁੜਿਆ ਰਹਿੰਦਾ ਹੈ। ਜਿਹੜਾ ਤੁਹਾਡੀ ਯਾਦ ਵਿੱਚ ਜੁੜਿਆ ਰਵੇ, ਉਹੀ ਗਿਆਨੀ ਹੈ, ਉਹੀ ਧਿਆਨੀ ਹੈ, ਤੇ ਉਹੀ ਚੰਗੇ ਸੁਭਾਅ ਵਾਲਾ ਗੁਰਮੁਖ ਬੰਦਾ ਹੈ। ਇਹ ਹੈ ਪਾਵਨ ਸ਼ਬਦ ਦੀ ਵਿਚਾਰ ਜੋ ਸੰਗਤਾਂ ਨੇ ਸੁਣੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭਏ ਦਇਆਲਾ, ਤਾਕੋ ਮਨ ਤੇ ਬਿਸਰ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ